के दाते मेरा गुण अवगुण ना विचारो कोई। माटी का क्या तो पै स्वामी, मानस की गत ए। सज्जन सच्चा पातशाह, सिर शाहां दे शाह। जिस पास बैठिया सोई है, सबना दा वेसा। चबर छतर तख्त दे मालिक, धन धन साहिब श्री गुरु ग्रंथ साहिब महाराज पातशाह जी दी मुबारक पवित्र हजूरी अंदर सुभाईमान सतसंगी जनों, सतगुरां ने अपार कृपा की है। अज दा दिन भी आपां गुरु चरनां नाल जुड़ के लेखे विच ला रहे हाँ। सतगुरां दी पावन बाणी रस बिन्नी आवाज़ विच सत्कारयोग भाई साहब पासों आप जी ने श्रवण की है। आओ समा है इतिहासक विचारां दा। विचारां आरंभ करन तो पहला आप सरबत संगत आसीस बख्शो। बुलाओ फतेह। वाहे गुरु जी का खालसा, वाहे गुरु जी की फतेह। धन धन साहिब श्री गुरु गोबिंद सिंह महाराज पातशाह जी। सतगुरां दे दीदार करन वास्ते भाई नंद लाल जी जदों औरंगजेब दा दरबार छड्ड के आनंदपुर आए न, ते गुरु पातशाह जी दे दीदार कीते, ते गुरु चरनां विच रह के जो आनंद जो सुख उन्हां नूं प्राप्त होया, उस समय दे वड्डे बादशाह औरंगजेब दे कोल रह के भी सुख नहीं सी मिलिया। भाई नंद लाल जी बड़े उच्च कोटि दे विद्वान सन, अरबी फारसी दे माहर सन। ते जदों औरंगजेब दे दरबार विच सन, आयत दे अर्थ कीते ते उन्हां नूं उस आयत दे अर्थ करन दे बदले औरंगजेब ने आख्या सी या तो इस काफर नूं मुसलमान बनाओ ते या फिर इनू खत्म कर दिओ। हुण वो विचारे मौत तो बचते हुए आनंदपुर आए। इत्थे आके उन्होंने गुरु की वडियाई लिखी, कुछ शेर लिखे, ते उन्होंने उसनूं नाम दिता, जिहड़ा ग्रंथ उन्हें लिखिया नाम दिता बंदगी नामा। ते कलगीधर पातशाह जी को लैके गए ते महाराज नूं आख्या सतगुरु आ तुहाडी कृपा नाल कुछ लिखिया है। ते महाराज ने पढ़ के प्रसन्न होकर आख्या नंद लाल ये बंदगी नामा नहीं, ये जिंदगी नामा है। लोग पढ़ के इहदे तो जिंदगी प्राप्त करिया करनगे। चरना ते डिग पे भाई नंद लाल, कह लगे सतगुरु एक वो दरबार सी जिथे उन्हां दे धार्मिक ग्रंथ दे आयत दे अर्थ कीते ते मौत मिलदी सी। एक तेरे चरना विच आया, मेरी लिखत है, मैं लिखी है, ते उत्थे जिंदगी मिल रही है। भाई नंद लाल जी एक शेर लिखते हैं, वो कहणगे कि जदों इस दुनिया विचों मैं जावां ते मेरी चिखा नूं अग लाई जावे, ऐ चलण वाली हवा एक गल दा ध्यान रखी कि जदों मेरी चिखा ठंडी हो जावे, मेरी राख मेरी स्वाह जिहड़ी है
ਉਹ ਉੱਡ ਕੇ ਕਿਤੇ ਹੋਰ ਕਿਸੇ ਦਰ 'ਤੇ ਨਾ ਚਲੀ ਜਾਵੇ। ਮੈਂ ਕਹਿੰਦਾ ਮੇਰੀ ਜਿਉਂਦੇ ਜੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਦੇ ਦਰ 'ਤੇ ਰਹੀ ਹੈ, ਮਰਨ ਤੋਂ ਬਾਅਦ ਮੇਰੀ ਰਾਖ ਵੀ ਗੁਰੂ ਗੋਬਿੰਦ ਸਿੰਘ ਦੇ ਦਰ 'ਤੇ ਰਵੇ। ਧੰਨ ਕਲਗੀਧਰ ਪਾਤਸ਼ਾਹ ਜੀ ਦੇ ਸਿੱਖ ਜਦੋਂ ਮਾਛੀਵਾੜੇ ਦੇ ਜੰਗਲਾਂ ਵਿੱਚ ਨੇ, ਭਾਈ ਗੁਲਾਬਾ ਤੇ ਭਾਈ ਪੰਜਾਬਾ ਘਰ ਲੈ ਕੇ ਜਾਂਦੇ ਨੇ, ਆਪਣੇ ਚੁਬਾਰੇ ਵਿੱਚ ਰੱਖਦੇ ਨੇ, ਰਾਤ ਰੱਖਿਆ, ਸਵੇਰੇ ਭੇਟਾ ਲੈ ਕੇ ਹਾਜ਼ਰ ਹੋ ਜਾਂਦੇ ਨੇ। ਇੱਥੇ ਇੱਕ ਪਰਿਵਾਰ ਹੋ ਰਹਿੰਦਾ ਭਾਈ ਗਨੀ ਖਾਂ ਤੇ ਨਬੀ ਖਾਂ, ਉਹ ਵੀ ਮੁਸਲਮਾਨ ਨੇ। ਉਹਨਾਂ ਨੂੰ ਪਤਾ ਲੱਗਿਆ, ਮਹਾਰਾਜ ਨੂੰ ਆਪਣੇ ਘਰ ਲੈ ਕੇ ਗਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ। ਪਰ ਨਾਲ ਇਹ ਵੀ ਸਤਿਗੁਰੂ ਨੇ ਕਹਿ ਦਿੱਤਾ ਵੀ ਗਨੀ ਖਾਂ, ਨਬੀ ਖਾਂ, ਇੱਥੇ ਤੁਹਾਡੀ ਜਾਨ ਨੂੰ ਵੀ ਖਤਰਾ ਹੈ, ਮੈਨੂੰ ਤੇ ਕੋਈ ਪਰਵਾਹ ਨਹੀਂ, ਪਰ ਤੁਹਾਡੀ ਜਾਨ ਨੂੰ ਖਤਰਾ ਹੈ। ਹਕੂਮਤ ਜਿਹੜੀ ਹੈ ਉਹ ਚਾਹੁੰਦੀ ਕਿਸੇ ਤਰੀਕੇ ਨਾਲ ਸਾਨੂੰ ਸਿਰਫ ਇੰਨੀ ਸੂਹ ਮਿਲ ਜਾਵੇ ਵੀ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਘਰ ਰੱਖਿਆ ਕਿੰਨੇ ਹੈ। ਹੁਣ ਸਿੱਖਾਂ ਨੇ ਵੀ ਇਹ ਵਿਚਾਰ ਬਣਾਈ ਹੈ ਵੀ ਸਤਿਗੁਰੂ ਇੱਥੇ ਰਹਿਣਾ ਠੀਕ ਨਹੀਂ। ਮਹਾਰਾਜ ਨੇ ਹੁਕਮ ਕੀਤਾ ਬਈ ਇੱਕ ਚੋਲਾ ਜਿਹੜਾ ਤਿਆਰ ਜਿਹੜਾ ਉਹ ਕਰਵਾਇਆ ਜਾਏ, ਕਿਉਂਕਿ ਚੋਲਾ ਪਾਟ ਗਿਆ ਸੀ। ਇੱਕ ਨਵਾਂ ਚੋਲਾ ਤਿਆਰ ਕਰਵਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੈਰ ਛਾਲਿਆਂ ਨਾਲ ਭਰੇ ਹੋਏ ਨੇ। ਹੁਣ ਇੱਥੇ ਗਨੀ ਖਾਂ ਤੇ ਨਬੀ ਖਾਂ ਆਖਦੇ ਨੇ, ਸਤਿਗੁਰੂ ਜਿਵੇਂ ਅਸੀਂ ਸਾਡੇ ਉੱਚ ਦੇ ਪੀਰ ਆਉਂਦੇ ਨੇ ਨਾ, ਉਹ ਆਪਣੇ ਪੀਰਾਂ ਨੂੰ ਨਾ ਇਸ ਤਰ੍ਹਾਂ ਉੱਚਾ ਮੰਜੇ ਦੇ ਉੱਤੇ ਰੱਖ ਕੇ ਤੇ ਉਹ ਲੈ ਕੇ ਜਾਂਦੇ ਹੁੰਦੇ ਸਨ। ਸਤਿਗੁਰੂ ਪਹਿਲਾਂ ਵੀ ਪੀਰ ਆਉਂਦੇ ਨੇ, ਤੁਸੀਂ ਵੀ ਸਾਡੇ ਉੱਚ ਦੇ ਪੀਰ। ਉੱਚ ਇੱਕ ਜਗ੍ਹਾ ਦਾ ਨਾਂ ਹੈ, ਉੱਥੋਂ ਦੇ ਰਹਿਣ ਵਾਲੇ ਜਿਹੜੇ ਮੰਨਣ ਵਾਲੇ, ਖੁਦਾ ਦੀ ਬੰਦਗੀ ਕਰਨ ਵਾਲੇ ਫਕੀਰ ਨੇ, ਪੀਰ ਨੇ, ਉਹਨਾਂ ਨੂੰ ਬੜਾ ਉੱਚਾ ਦਰਜਾ ਹੈ ਮਿਲਿਆ ਹੋਇਆ ਹੈ। ਉਹਨਾਂ ਆਖਿਆ ਸਤਿਗੁਰੂ ਅਸੀਂ ਵੀ ਤਾਂ ਆਪਣੇ ਉੱਚ ਦੇ ਪੀਰਾਂ ਨੂੰ ਲੈ ਕੇ ਜਾਂਦੇ, ਜਦੋਂ ਉਹ ਆਉਂਦੇ ਨੇ ਅਸੀਂ ਇਸ ਤਰ੍ਹਾਂ ਹੀ ਚੁੱਕ ਕੇ ਲੈ ਕੇ ਜਾਂਦੇ ਹਾਂ, ਤੁਸੀਂ ਵੀ ਸਾਡੇ ਉੱਚ ਦੇ ਪੀਰ ਹੋ। ਹੁਣ ਇੱਥੇ ਇੱਕ ਗੱਲ ਜਿਹੜੀ ਕਈ ਵਾਰੀ ਸ਼ੰਕਾ ਇਤਿਹਾਸ ਵਿੱਚ ਪੈਦਾ ਹੋ ਜਾਂਦਾ ਹੈ ਵੀ ਚਮਕੌਰ ਦੀ ਗੜੀ ਵਿੱਚੋਂ ਤਾੜੀ ਮਾਰ ਕੇ ਸਤਿਗੁਰ ਨਿਕਲੇ, ਤੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਸ਼ਾਇਦ ਭੇਸ ਬਦਲ ਕੇ ਤੇ ਜਾ ਰਹੇ ਨੇ। ਨਹੀਂ ਗੁਰੂ ਪਿਆਰ ਵਾਲਿਓ, ਜਿਹੜਾ ਚੋਲਾ ਸੀ ਉਹ ਬਦਲਣਾ ਲਾਜ਼ਮੀ ਸੀ ਕਿਉਂਕਿ ਫਟ ਗਿਆ ਸੀ, ਤੇ ਦੂਸਰਾ ਘੋੜੇ ਦਾ ਪ੍ਰਬੰਧ ਉੱਥੇ ਹੈ ਨਹੀਂ ਸੀ। ਪੈਦਲ ਸਤਿਗੁਰੂ ਤੁਰ ਨਹੀਂ ਸਨ ਸਕਦੇ। ਇਸ ਕਰਕੇ ਗਨੀ ਖਾਂ ਤੇ ਨਬੀ ਖਾਂ ਤੇ ਬਾਕੀ ਜਿਹੜੇ ਨਾਲ ਤਿੰਨ ਸਿੱਖ ਨੇ ਸਤਿਗੁਰੂ ਦੇ, ਉਹਨਾਂ ਵਿਚਾਰ ਬਣਾਈ ਵੀ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਇੱਕ ਛੋਟੇ ਜਿਹੇ ਪਲੰਘ ਉੱਤੇ ਬਿਠਾ ਕੇ ਤੇ ਲੈ ਕੇ ਜਾਵਾਂਗੇ ਤੇ ਆਖਾਂਗੇ ਸਾਡਾ ਉੱਚ ਦਾ ਪੀਰ ਹੈ। ਹੁਣ ਗੁਰੂ ਪਾਤਸ਼ਾਹ ਜੀ ਨੂੰ ਕੋਈ ਪ੍ਰੋਬਲਮ, ਸਾਹਮਣੇ ਕੋਈ ਸਮੱਸਿਆ, ਉਹਨਾਂ ਨੂੰ ਕੋਈ ਪਰਵਾਹ ਨਹੀਂ, ਗੁਰੂ ਸਮਰੱਥ ਹੈ, ਪਰ ਸਿੱਖਾਂ ਨੂੰ ਤੇ ਹੈ ਨਾ। ਸਿੱਖ ਚਾਹੁੰਦੇ ਨੇ ਵੀ ਇੰਨੀਆਂ ਮੁਸ਼ਕਲਾਂ ਤੋਂ ਬਾਅਦ ਗੁਰੂ ਨੂੰ ਅਸੀਂ ਚਮਕੌਰ ਵਿੱਚੋਂ ਲੈ ਕੇ ਆਏ ਹਾਂ, ਤੇ ਜੇ ਹੁਣ ਕਿਤੇ ਹੋਣੀ ਵਾਪਰ ਗਈ ਤੇ ਸਾਡੀ ਕੀਤੀ ਹੋਈ ਮਿਹਨਤ ਅਜਾਈਂ ਚਲੀ ਜਾਵੇਗੀ। ਉਹ ਚਾਹੁੰਦੇ ਨੇ ਵੀ ਕਿਸੇ ਤਰੀਕੇ ਨਾਲ ਆਪਾਂ ਗੁਰੂ ਪਾਤਸ਼ਾਹ ਜੀ ਨੂੰ ਇਸ ਇਲਾਕੇ ਵਿੱਚੋਂ ਦੂਰ ਲੈ ਕੇ ਜਾਈਏ। ਹੁਣ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੋ ਅੱਗੇ ਗਨੀ ਖਾਂ ਤੇ ਨਬੀ ਖਾਂ, ਇੱਕ ਪਾਸੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਤੇ ਇਸ ਤਰ੍ਹਾਂ ਮੋਰ ਦੇ ਪੰਖਾਂ ਦੀ ਚੌਰ ਕਰਦੇ ਨੇ ਭਾਈ ਮਾਨ ਸਿੰਘ, ਤੇ ਸਤਿਗੁਰੂ ਪਾਤਸ਼ਾਹ ਜੀ ਲੈ ਕੇ ਜਾ ਰਹੇ ਨੇ। ਜਦੋਂ ਲੁਧਿਆਣੇ ਦੇ ਲਾਗੇ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ, ਉੱਥੇ ਕਈ ਟੁਕੜੀਆਂ ਗਸ਼ਤ ਕਰ ਰਹੀਆਂ ਸਨ। ਇੱਕ ਟੁਕੜੀ ਆਈ ਵੀ, ਉਹਨੇ ਸਿਪਾਹੀ ਨੇ ਪੁੱਛਿਆ ਵੀ ਕੌਣ ਹੈ? ਉਹ ਕਹਿਣ ਲੱਗੇ ਸਾਡਾ ਉੱਚ ਦਾ ਪੀਰ ਹੈ। ਉਹਨੇ ਆਖਿਆ ਵੀ ਮੈਂ ਇਸ ਤਰ੍ਹਾਂ ਤੇ ਨਹੀਂ ਜਾਣ ਦੇ ਸਕਦਾ, ਮੈਂ ਸ਼ਨਾਖਤ ਕਰਵਾਵਾਂਗਾ, ਪਹਿਲਾਂ ਪਤਾ ਕਰਾਵਾਂਗਾ ਪੱਕਾ ਵੀ ਵਾਕਈ ਹੈ ਕਿ ਨਹੀਂ। ਉਹਨੇ ਇੱਕ ਕਾਜ਼ੀ ਪੀਰ ਮੁਹੰਮਦ ਹੈ ਜਿਹੜਾ ਕਦੀ ਗੁਰੂ ਘਰ ਦੇ ਵਿੱਚ ਪੜ੍ਹਾਇਆ ਕਰਦਾ ਸੀ, ਉਹਦਾ ਬੜਾ ਨਾਮ ਸੀ, ਨੂਰਪੁਰ ਦਾ ਰਹਿਣ ਵਾਲਾ ਸੀ। ਉਹਨੂੰ ਬੁਲਾਇਆ, ਉਹ ਜਾਣਦਾ ਸੀ ਸਾਰਾ। ਉਹਨੂੰ ਬੁਲਾਇਆ, ਜਦੋਂ ਉਹਨੇ ਦਰਸ਼ਨ ਕੀਤੇ ਉਹ ਕਹਿਣ ਲੱਗਾ ਭਲਿਓ ਇਹ ਉੱਚ ਦਾ ਪੀਰ ਨਹੀਂ, ਇਹ ਤੇ ਪੀਰਾਂ ਦਾ ਵੀ ਪੀਰ ਹੈ। ਕਹਿਣ ਲੱਗਾ ਉੱਚ ਦਾ ਪੀਰ ਨਹੀਂ, ਉਹ ਇਹ ਤੇ ਪੀਰਾਂ ਦਾ ਵੀ ਪੀਰ ਹੈ, ਇਹਨੂੰ ਜਾਣ ਦਿਓ। ਸ਼ਰਧਾਲੂ ਸੀ ਉਹ। ਸਤਿਗੁਰ ਸੱਚੇ ਪਾਤਸ਼ਾਹ ਇੱਥੋਂ ਅੱਗੇ ਆਲਮਗੀਰ ਪਹੁੰਚਦੇ ਨੇ।
ਹੁਣ ਇੱਥੇ ਘੋੜੇ ਦਾ ਪ੍ਰਬੰਧ ਹੋ ਜਾਂਦਾ ਹੈ। ਵੇਖੋ ਹੁਣ ਇੱਥੋਂ ਤੱਕ ਘੋੜੇ ਦਾ ਪ੍ਰਬੰਧ ਨਹੀਂ ਹੋਇਆ ਤੇ ਪਲੰਘ ਤੇ ਆਏ ਨੇ, ਇੱਥੋਂ ਘੋੜੇ ਦਾ ਪ੍ਰਬੰਧ ਹੋਇਆ ਤੇ ਮਹਾਰਾਜ ਨੇ ਫਿਰ ਉਸ ਸਮੇਂ ਭਾਈ ਨਗਾਹੀਏ ਤੋਂ, ਕਿਉਂਕਿ ਉਹਦਾ ਕੰਮ ਜਿਹੜਾ ਹੈ ਯਾਤਰਾ ਦਾ ਸੀ, ਉਹਦੇ ਕੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਲਮ ਲਈ ਤੇ ਕਾਗਜ਼ ਉੱਤੇ ਇੱਕ ਹੁਕਮਨਾਮਾ ਲਿਖਿਆ। ਕੀ ਲਿਖਿਆ? ਵੀ ਗਨੀ ਖਾਂ ਤੇ ਨਬੀ ਖਾਂ ਮੇਰੇ ਪੁੱਤਰ ਨੇ, ਇਹ ਦੋਵੇਂ ਮੇਰੇ ਪੁੱਤਰ ਨੇ। ਇਹ ਲਿਖ ਕੇ ਹੁਕਮਨਾਮਾ, ਅੱਜ ਵੀ ਉਹ ਹੁਕਮਨਾਮਾ ਉਹਨਾਂ ਦੇ ਪਰਿਵਾਰ ਕੋਲ ਪਿਆ ਹੋਇਆ ਹੈ। ਅੱਜ ਵੀ ਉਹਨਾਂ ਦੇ ਪਰਿਵਾਰ ਕੋਲ ਹੁਕਮਨਾਮਾ ਪਿਆ ਹੋਇਆ ਗੁਰੂ ਪਾਤਸ਼ਾਹ ਜੀ ਦਾ। ਇਹ ਮੇਰੇ ਪੁੱਤਰ ਨੇ। ਕਿੰਨਾ ਮਾਣ ਗੁਰੂ ਪਾਤਸ਼ਾਹ ਜੀ ਦਿੰਦੇ ਨੇ। ਉੱਥੋਂ ਵਾਪਸ ਆ ਗਏ ਮਹਾਰਾਜ। ਅੱਗੇ ਫਿਰ ਘੋੜੇ 'ਤੇ ਸਵਾਰ ਰਾਏ ਕੋਟ, ਰਾਏ ਕੱਲੇ ਕੋਲ ਪਹੁੰਚੇ ਨੇ ਉਹਦੇ ਘਰ। ਜਦੋਂ ਉਹਦੇ ਕੋਲ ਪਹੁੰਚੇ ਗੁਰੂ ਪਿਆਰ ਵਾਲਿਓ, ਤੇ ਉਹ ਗੁਰੂ ਘਰ ਦਾ ਬੜਾ ਸ਼ਰਧਾਲੂ ਏ। ਰਾਏ ਕੱਲਾ ਕੌਣ ਹੈ? ਰਾਏ ਕੱਲਾ ਨਿਹੰਗ ਖਾਨ ਦਾ ਕੁੜਮ ਹੈ। ਜਿਹੜਾ ਨਿਹੰਗ ਖਾਂ ਬਚਿੱਤਰ ਸਿੰਘ ਜਿਹੜਾ ਉਹਦੇ ਘਰੇ ਚੜ੍ਹਾਈ ਕਰਦਾ ਹੈ, ਉਸ ਨਿਹੰਗ ਖਾਂ ਦੇ ਪੁੱਤਰ ਵੱਲ ਧੀ ਵਿਆਹੀ ਰਾਏ ਕੱਲੇ ਦੀ। ਉਹ ਕੌਣ ਨੇ? ਕੁੜਮ ਨੇ। ਇਹ ਆਪਸ ਦੇ ਵਿੱਚ ਰਿਸ਼ਤਾ ਹੈ ਤੇ ਗੁਰੂ ਨਾਨਕ ਦੇ ਘਰ ਦੇ ਸਿੱਖ ਨੇ। ਜਦੋਂ ਮਹਾਰਾਜ ਦੇ ਆਉਣ ਦਾ ਪਤਾ ਲੱਗਿਆ, ਰਾਏ ਕੱਲਾ ਸਤਿਗੁਰੂ ਪਾਤਸ਼ਾਹ ਜੀ ਨੂੰ ਸਿਜਦੇ ਕਰਦਾ ਹੈ, ਨਮਸਕਾਰਾਂ ਕਰਦਾ ਹੈ, ਨਾਲ ਬਚਨ ਕਰਦਾ, ਸਤਿਗੁਰੂ ਮੇਰੇ ਲਈ ਸੇਵਾ। ਮਹਾਰਾਜ ਕਹਿਣ ਲੱਗੇ, ਖਬਰਾਂ ਸੁਣੀਆਂ ਨੇ ਪਰ ਪੱਕਾ ਨਹੀਂ ਪਤਾ ਮਾਂ ਦਾ ਕੀ ਹਾਲ ਹੈ ਤੇ ਦੋ ਛੋਟੇ ਸਾਹਿਬਜ਼ਾਦਿਆਂ ਦਾ ਕੀ ਹਾਲ ਹੈ। ਜੇ ਤੂੰ ਇਹ ਖਬਰ ਪਤਾ ਕਰਾ ਦੇ, ਤੇਰੀ ਸਭ ਤੋਂ ਵੱਡੀ ਸੇਵਾ। ਰਾਏ ਕੱਲੇ ਨੇ ਮਾਹੀ ਨੂੰ ਭੇਜਿਆ ਫਿਰ ਸਰਹੰਦ। ਮਾਹੀ ਉਹ ਕੌਣ ਸੀ? ਜਿਹੜਾ ਸੁਨੇਹੇ ਲੈ ਕੇ ਜਾਂਦਾ ਤੇ ਸੁਨੇਹੇ ਲੈ ਕੇ ਆਉਂਦਾ ਹੁੰਦਾ ਸੀ। ਉਹ ਮਾਹੀ ਉਹਦਾ ਕੰਮ ਸੀ। ਰਾਏ ਕੱਲੇ ਨੇ ਫਿਰ ਘੱਲਿਆ ਮਾਹੀ ਨੂੰ ਸਰਹੰਦ। ਉਹ ਸਰਹੰਦ ਗਿਆ, ਉਹਨੇ ਫਿਰ ਸਾਰੀ ਕਹਾਣੀ, ਜਿਵੇਂ ਸ਼ਹਾਦਤ ਹੋਈ ਸਾਹਿਬਜ਼ਾਦਿਆਂ ਦੀ, ਮਾਤਾ ਗੁਜਰ ਕੌਰ ਦੀ, ਉਹ ਫਿਰ ਉਹਨੇ ਸਾਰੀ, ਜਦੋਂ ਆਇਆ ਨਾ ਤੇ ਗੁਰੂ ਪਿਆਰ ਵਾਲੇ ਉਹ ਰੋਈ ਜਾਵੇ। ਉਹਨੇ ਮਨ ਵਿੱਚ ਵਿਚਾਰ ਬਣਾਈ ਸੀ ਵੀ ਮੈਂ ਗੁਰੂ ਸਾਹਿਬ ਨੂੰ ਦੱਸਾਂਗਾ ਨਹੀਂ, ਜਾ ਕੇ ਵੀ ਮੈਂ ਦੱਸਾਂਗਾ ਨਹੀਂ ਵੀ ਇਸ ਤਰ੍ਹਾਂ ਬੀਤੀ ਉੱਥੇ। ਪਰ ਨਹੀਂ, ਗੁਰੂ ਪਿਆਰ ਵਾਲਿਓ, ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ, ਉਹ ਭਲਿਆ ਮੈਨੂੰ ਤੇ ਆਦਤ ਹੋ ਗਈ ਹੈ ਦੁੱਖ ਜਰਨ ਦੀ, ਦੁੱਖ ਵੇਖਣ ਦੀ ਆਦਤ ਹੋ ਗਈ ਹੈ। ਮੈਂ ਤੇ ਆਨੰਦਪੁਰ ਉਜੜਦਾ ਵੇਖਿਆ, ਮੈਂ ਆਪਣੇ ਪਿਤਾ ਦਾ ਸੀਸ ਵੇਖਿਆ, ਮੈਂ ਸਰਸਾ ਨਦੀ ਦੇ ਕਿਨਾਰੇ ਦਾ ਨਜ਼ਾਰਾ ਵੇਖਿਆ, ਮੈਂ ਜਾਨੋਂ ਵੱਧ ਪਿਆਰੇ ਖਤਮ ਹੁੰਦੇ ਅੱਖਾਂ ਸਾਹਮਣੇ ਵੇਖੇ ਨੇ, ਪੁੱਤਰ ਸ਼ਹੀਦ ਹੁੰਦੇ ਵੇਖੇ ਨੇ। ਕੋਈ ਗੱਲ ਨਹੀਂ, ਮੈਨੂੰ ਆਦਤ ਹੋ ਗਈ ਹੈ। ਤੂੰ ਵੀ ਦੱਸ ਕੀ ਉੱਥੇ ਭਾਣਾ ਵਰਤਿਆ? ਫਿਰ ਮਾਹੀ ਨੇ ਇੱਕ ਇੱਕ ਗੱਲ ਜਿਹੜੀ ਦੱਸੀ ਹੈ। ਸਤਿਗੁਰੂ, ਸਰਸਾ ਨਦੀ ਦੇ ਕਿਨਾਰੇ ਜਦੋਂ ਤੁਹਾਡਾ ਪਰਿਵਾਰ ਵਿਛੜਿਆ ਸੀ, ਮਾਤਾ ਗੁਜਰੀ ਤੇ ਦੋ ਨਾਲ ਤੁਹਾਡੇ ਛੋਟੇ ਸਾਹਿਬਜ਼ਾਦੇ, ਤਿੰਨੋਂ ਰਾਤ ਨੂੰ ਜਦੋਂ ਕਾਫੀ ਅੱਗੇ ਨਦੀ ਦੇ ਕਿਨਾਰੇ ਕਿਨਾਰੇ ਨਿਕਲ ਗਏ, ਕੋਈ ਸਾਥੀ ਨਹੀਂ, ਕੋਈ ਸਿਪਾਹੀ ਨਹੀਂ, ਕੋਈ ਸਿੱਖ ਨਹੀਂ, ਕੋਈ ਭਾਈ ਨਹੀਂ, ਕਾਫੀ ਅੱਗੇ ਨਿਕਲ ਗਏ। ਰਾਤ ਸਰਦੀ ਦੀ। ਇੱਕ ਚੀਜ਼ ਖਿਆਲ ਰੱਖਿਓ, ਦੋ ਉਮਰਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ। ਇੱਕ ਬਚਪਨ, ਬੱਚੇ ਨੂੰ ਸਹਾਰੇ ਦੀ ਲੋੜ ਹੁੰਦੀ ਵੱਡੇ ਦੀ, ਤੇ ਜਦੋਂ ਕੋਈ ਬਜ਼ੁਰਗ ਹੋ ਜਾਵੇ ਉਹਨੂੰ ਸਹਾਰੇ ਦੀ ਲੋੜ ਹੁੰਦੀ ਛੋਟੇ ਦੀ। ਬਜ਼ੁਰਗ ਨੂੰ ਵੀ ਸਹਾਰੇ ਦੀ ਲੋੜ ਹੈ, ਛੋਟੇ ਨੂੰ ਵੀ ਸਹਾਰੇ ਦੀ ਲੋੜ ਹੈ। ਕੁਦਰਤ ਨੇ ਖੇਡ ਐਸਾ ਵਰਤਿਆ, ਸਾਹਿਬਜ਼ਾਦੇ ਛੋਟੇ ਨੇ ਤੇ ਦਾਦੀ ਵੱਡੀ ਹੈ। ਹੁਣ ਇੱਕ ਦੂਜੇ ਦਾ ਸਹਾਰਾ ਲੈ ਕੇ ਤੁਰੇ ਜਾਂਦੇ ਨੇ ਤੇ ਤੁਰਦਿਆਂ ਤੁਰਦਿਆਂ ਅੱਲਾ ਯਾਰ ਖਾਜ਼ੋਗੀ ਕਹਿੰਦਾ ਏ ਵੀ ਜਦੋਂ ਤੁਰ ਰਹੇ ਨੇ ਨਾ, ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, 5 ਸਾਲ ਦੀ ਉਮਰ ਹੈ ਬਾਬਾ ਫਤਿਹ ਸਿੰਘ ਦੀ, ਤੇ ਜੋਰਾਵਰ ਸਿੰਘ ਦੀ ਉਮਰ 7 ਸਾਲ। ਤੁਰੇ ਜਾਂਦੇ ਨੇ, ਕਹਿਰਾਂ ਭਰੀ ਠੰਡ ਹੈ, ਤੇਜ਼ ਹਵਾਵਾਂ ਚੱਲ ਰਹੀਆਂ ਨੇ। ਉਸ ਕਹਿਰ ਭਰੀ ਰਾਤ ਤੇ ਉੱਤੋਂ ਮੀਂਹ ਵੀ ਪੈ ਰਿਹਾ। ਤੁਸੀਂ ਅੰਦਾਜ਼ਾ ਲਾਓ ਵੀ ਕੀ ਹਾਲ ਹੁੰਦਾ ਹੋਵੇਗਾ। ਜਦੋਂ ਤੁਰੇ ਜਾ ਰਹੇ ਨੇ ਤੇ ਪਤਾ ਅੱਗੋਂ ਕੀ ਆਖਿਆ ਬਾਬਾ ਜੋਰਾਵਰ ਸਿੰਘ ਨੇ ਬਾਬਾ ਫਤਿਹ ਸਿੰਘ ਨੂੰ। ਦਾਦੀ ਨਾਲ ਤੁਰੇ ਜਾਂਦੇ ਨੇ ਤੇ ਪਤਾ ਨਹੀਂ ਮਨ ਵਿੱਚ ਕੀ ਖਿਆਲ ਆਇਆ। ਦਾਦੀ ਸੇ ਬੋਲੇ,
सिपाही किधर गए। छोटा जिहा है, वेखो दादी नूं पुछदा है भी दादी सिपाही साडे कित्थे गए ने। हुण बच्चा असी ना छोटा हुंदा पुछदे, असी भी बच्चे असी भी किते चले जाइए तो बच्चे पुछदे ने कित्थे गए। दादी से बोले सिपाही किधर गए, दरिया पर हमको छोड़कर, राही किधर गए, किहड़े राहां ते चले गए ने, सानू छड्ड के किहड़े राहां ते चले गए ने। हाय तड़फा के सूरत माही किधर गए, सानू इन्ने सोहणियां नूं कोमल रूहां नूं छड्ड के कहण लगे किधर गए ने सतगुरु, सानू इस तरह तड़फा के किधर चले गए ने। दादी नूं कह रहे भी इस हालत में सानू छड्ड के किधर चले गए। हाय तड़फा के सूरत माही किधर गए, अब्बा भगा के शाही लश्कर किधर गए। पता नहीं पिताजी भी अपना शाही लश्कर लैके किधर नूं चले गए ने। भाई भी हमको भूल गए शौके जंग में, भरावां नूं भी याद नहीं रहा साडा, जंग विच ही मस्त हो गए। भाई भी हमको भूल गए शौके जंग में, अपना तो ख्याल नहीं तुफंग में। तीर चलाण दे शौक विच इन्ना गवाच गए, उन्होंने इन्ना भी पता नहीं भी साढ़े दो छोटे भरा भी ने, साड़ी एक दादी भी है। हुण जदों बाबा जोरावर सिंह ने आख्या गुरु प्यार वालिओ, तो फिर छोटा जिहड़ा ना बाबा फतेह सिंह, उन्हें अगों पता है क्या आख्या, जब रण जीत कर अजीत, कह लगा जदों मैदाने जंग विच अजीत कह लगे जित के आउणगे ना, जब रण जीत कर अजीत लश्कर लाएंगे, अब्बा के साथ जुझार जब आएंगे, कह लगे जदों दोवें आउणगे ना तो उदों असी पता है की करना है, कह लगे गिला करके हम सारे से रूठ जाएंगे, असी सारियां तो रूठ जाना है। छोटा कहंदा भी आपां रुस जाना है तो असी नहीं उन्हां दी गल्लां च आउणा, असी रुस जावांगे। जदों अजीत सिंह आउणगे, जुझार सिंह अब्बा दे नाल आउणगे, डैडी नाल पिता नाल आउणगे, गुरु जी नाल आउणगे, असी फिर नाराज हो जाना है। पिता कभी, माता कभी, भाई कभी मनाएंगे। कभी बापू आवेगा आखेगा भी जोरावर सिंह फतेह सिंह कोई गल नहीं, कभी माँ आवेगी, कभी भरा आउणगे, इस तरह आ के सानू बार बार वो मनाउणगे। जब आकर बार बार गले हमको लगाएंगे, मान जाओ बार बार ये कहेंगे, पर हम मानेंगे नहीं जान शाह। वो सानू बार बार कहण पर असी मन्नांगे नहीं, जिन्ना मर्जी सानू कहण। बाबा फतेह सिंह आखदे ने असी नहीं मनना, असी रुस्से रवांगे। पर फिर उदों बाद जोरावर सिंह कहन लगा नहीं वीरे, जदों वो आउणगे ना इकरार लेंगे सबसे, कह लगे असी सारियां तो इकरार करावांगे भी असी तां बोलांगे तुहाडे नाल जे तुसी वादा करदे हो। इकरार लेंगे सबसे, बुलाना ना फिर कभी, सानू भुलायो ना। इस तरह जिवें तुसी हुण सानू भुला दिता है, इकरार लेंगे सबसे, बुलाना ना फिर कभी, दिगे जिगर छोड़कर जाना ना फिर कभी, दोबारा छोड़कर जाना ना फिर कभी। इस तरह भाई छोटे ने आख्या, बाबा जोरावर सिंह बाबा फतेह सिंह एक दूजे नाल गल्लां करते हैं भी असी बार बार कहांगे भी जे तुसी हुण सानू छड्ड के जाओगे तो असी फिर तुहाडे नाल बोलांगे नहीं। हुण जदों उन्होंने ये विचार आपस दे विच कीती ना, रो हंस कर कहेंगे छोड़ कर जाना ना फिर कभी। उन्होंने कदी रोवांगे कदी हसांगे, पर कहांगे सानू इस तरह छड्ड के जायो ना। बच्चों की गुफ्तगू
जो सुनी दादी माँ ने बेइख्तियार रो दिया शाला जान ने। जब दादी ने दोहां दियां गल्लां सुनियां ना ते रो पई विचारी, अखां विचों नीर आ गया। वो माता गुजर कौर जिहड़ी कदी आनंदपुर विच रहिंदे होए अपने पति दे सीस नूं सिर्फ वेख के रोई नहीं सी ना, अखां चों कदी पानी नहीं सी आया। भुखे सिखां नूं खत्म हुंदे वेखिया पर कदी अखां विचों पानी नहीं सी आया। सरसा नदी का भयानक नज़ारा वेख के अखां विचों पानी नहीं आया, पर छोटे दो लालां की गुफ्तगू सुन के अखां विचों पानी आ गया, क्योंकि पता लग्या भाना कुछ होर ही वरतन वाला है, कहानी कुछ होर वरतन वाली। वो बच्चे की सोच रहे ने कि आउणगे भरा, आएगा पिता, मावां आउणगियां, असीं रुसांगे, वो सानूं मनाउणगे, असीं इकरार लवांगे। पर दादी जानदी सी सारी गल, दादी नूं पता है। फिर पुछदे ने दादी आपां कित्थे चले आ? ते दादी सहजे आखदी है पुत्तर हुण तां शायद तेरे दादे तेग बहादुर की गोद विच ही जाना पवेगा, उत्थे जाना पवेगा, शायद हुण समा आ गया। गल्लां करदे करदे जा रहे ने, इन्ना चिर सामने एक निक्का जिहा झोपड़ी है, उहदे विच एक दीवा बलदा पिया। दीवे नूं वेख के एक आस बजी शायद कोई मिल जावे। जदों बाहरों आवाज़ मारी, अंदरों एक मनुख निकलिया, वो मच्छियां फड़न वाला। इतिहास ने उहदा नाम लिखिया कुम्मा माशकी। मच्छियां फड़दा सी, मछियारा सी, नदी किनारे रहिंदा सी। एक उहदी नाल बजुर्ग माता। जदों घर तो बाहर निकलिया, उन्हें वेखिया ते दीदार कीते, कहन लगा माँ अज महिलां वाले गरीबां दे घरां विच किवें, अज महिलां वाले गरीबां दे घर विच किवें। ते उस समय माता गुजर कौर ने आख्या वक्त जिहड़ा है, कहन लगे वो कई करवटां लैंदा है, अज वक्त शायद इस रूप विच सामने आया है कि अज असीं इत्थे तेरे घर दे बाहर खड़े हाँ। अंदर बुलाया, जो घर दे विच पिया सी भोजन छका के, जो भी प्रबंध किया, रात कट्टी। सवेर हुई, माता गुजर कौर साहिबजादियां नाल लैके फिर उत्थे उस जगह ते जा रहे ने जिथे रात विछड़े सन। भी हो सकता है भी कोई सिख मिल जावे या कोई होर मिल जावे, हो सकता है भी रात का समा सी, हुण ते दिन चढ़ गया। पर दूर दूर तक सिवाए लाशां दे होर कुछ नहीं सी दिसदा, कुछ नहीं सी दिसदा। अखीर इतिहासकार लिखते हैं, एक गंगू नां दा ब्राह्मण जिहड़ा कि सतगुर दे दर दे उत्ते सेवा करिया करदा सी, काफ़ी लम्मा उन्हें सेवा की। वो माता जी नूं मिलिया, उन्हें आख्या माँ मैं सुन के बड़ा दुखी होया वां, जो परिवार नाल भाणा वरतिया है, जो भी औखा समा आया है, पर मेरी एक बिनती है, तुसी मेरे नाल मेरे घर चलो पिंड खेड़ी। क्यों वो जिहड़े घर ने ना वो भी तुहाडी किरपा नाल ही बने ने, तुहाडे दर ते सेवा करदा रहा वां। जो मान मैनूं उत्थों मिलिया वो मान ही अज तक कह लगे मैं साਂਭ के रखिया है। बस किरपा करो तुसी मेरे घर आओ। वेखो एक गल याद रखियो, अजे तक गंगू दे मन विच पाप नहीं आया, उनका कारण अगे जाके पता लगेगा। अजे तक उनके मन विच सेवा की ही भावना है, पाप नहीं आया अजे। इस करके वो साहिबजादियां ते माता गुजर कौर नूं वख अलग अलग थावां तो बचाउंदा होया लैके अपने घर तक जांदा है। इत्थों तक कि पिंड तो बाहर रोकदा है ते आप घर दे अंदर तक वेख के आउंदा है भी कोई सिपाही कोई गश्त ना करदा होवे पिंड विच। जदों लैके गया घर रात रुके ने, रात जदों सौण लगे ने माता गुजर कौर जी नाल साहिबजादे बाबा जोरावर सिंह ते बाबा फतेह सिंह गलवकड़ी विच लैके निग दिंदे ने। सर्दी बड़ी सी,
माँ ने वो कुछ सोने दियां मोहरां जिहड़ियां सन, कुछ धन जिहड़ी पिता कलगीधर ने दिता सी तुरन लग्गियां आनंदपुर तो भी रस्ते विच लोड़ पै सकदी है, वो थोड़ी जी दौलत जिहड़ी सी सराणे दे लागे रख दित्ती। जदों रखी ते रखदियां नूं उस गंगू ने वेख लिया। हुण इत्थे वेखो, माया एक ऐसा छल है, चंगे भले बंदे दी मत भी मार के रख देंदी। एक ऐसा छलावा है, महाराज बाणी विच आखदे ने माई माया छल, ये छल है। और वड्डे वड्डे बंदे जिहड़े ने वो इस छलावे विच आ जांदे ने, पता भी नहीं लगन दिंदी। हुण सतगुर सच्चे पातशाह जी दे साहिबजादे माता गुजर कौर गंगू दे घर विच ने। गंगू नूं वो जदों माया दिसी ते उस वेले दे विचार बदल गए। उन्हें वो धन लैके लुको दिता। माता ने वेख लिया लुकाउंदे नूं। सवेर हुई, गंगू कोल आया। माँ ने बड़े प्यार नाल आखिया भी पुत्र भी जो तू धन राती लिया है, मैं सिर्फ इन्ना कहना है भी उस धन विचों खर्चा कर ली, तू अपने घर ते बोझ ना पावी। जो भी सानू भोजन पानी का खर्चा आवेगा उस धन विचों कर ली। ये नहीं आख्या भी तू चोरी की है, बिल्कुल नहीं आख्या। ये नहीं आख्या तू चुराया है। कह लगे तू साडे घर का जी है, इन्ने साल साडे कोल रहा है, की फर्क पैंदा है, तू रखिया असीं रखिया। हाँ, पर मैं चाहुंदी हाँ भी बोझ ना पावी, उस विचों खर्च लई। अच्छा, उन्हें फिर अगों जदों माया का प्रभाव इन्ना सी, शब्दावली वरत ली। महाराज दे बाणी विच एक बचन आउंदा है भी कुत्ता जदों मालक का वफादार हुंदा है ना, ते वो जिहड़ा सामने कोई पराया बंदा आउंदा है ना, उन्नू वड्डण तक जांदा है। पर उही कुत्ता जदों हलकाया हो जाए ना, ते अपने मालक नूं भी नहीं जे छड्डदा। जदों हलकाया हो जाए, माया ने जदों हलक पैदा किया, शब्दावली वरत गई। कहन लगा तुसीं मैनूं चोर समझदे जे, मैं चोर हाँ, तुसीं मेरे ते इल्जाम लाउंदे हो। इहो जी शब्दावली उन्हें वरती। अज पहली बार माता गुजर कौर ने इस तरह हाथ जोड़े कह लगे पुत्र रौला ना पा, रौला ना पा। की मोहरां दी की गल है, रौला ना पा। अमानत बच्चे मेरे कोल ने, जे किसी नूं पता लग गया इन्नियां ये निक्कियां जिंदां नूं, वो कह लगे लै जाणगे, इस करके रौला ना पा। कोई गल नहीं, तू तो थोड़ियां मोहरां दी गल करना। क्षमा बनिया, जे किते मेरा पुत्र गुरु गोबिंद सिंह मिलिया, तेरा घर मैं सोने दियां मोहरां नाल भर के रख देंगे, तेरा घर ही भर देंगे, तेनू तोल देंगे मोहरां नाल। ये तो थोड़ियां जियां ने। खैर उस पापी का मन जिहड़ा है बदलिया। उन्हें विचार बनाई भी एक तो ये जिहड़ा धन तो है ही है, तो कुछ होर धन जिहड़ा है मैनू सरकार कोलों भी इनाम वजों मिलेगा। तो उस पापी ने फिर पाप कमाउण वास्ते जिहड़ा अगला रस्ता बनाया, सिपाहियां नूं किवें दस्सिया, किवें फड़ाया, वो आपां अगले आने वाले इतिहास विच विचार साझी करांगे। निक्के साहिबजादियां दी शहादत किवें हुई, वो विचार साझी करांगे। सतगुर कृपा करन, सबना दा आया होया सफला होवे। होइयां भुलां चुकां दी खिमा। वाहिगुरू जी का खालसा, वाहिगुरू जी की फतेह। सतनाम।